ਅਫਵਾਹਾਂ ਹੈਗੀਆਂ ਜੋ ਕਿਹਾ ਜਾ ਰਿਹਾ ਹੈ ਕਿ ਪਟਿਆਲਾ ਕੋਵਿਡ ਦੀ ਸਥਿਤੀ ਨੂੰ ਸੰਭਾਲ ਨਹੀਂ ਪਾਇਆ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਜੇ ਮੈਨੂੰ ਕੋਵਿਡ ਹੋਇਆ ਤਾਂ ਮੈਂ ਚਾਹੂੰਗੀ ਕਿ ਮੇਰੀ ਟ੍ਰੀਟਮੈਂਟ ਪਟਿਆਲਾ ਰਜਿੰਦਰਾ ਹਸਪੀਟਲ ਦੇ ਡਾਕਟਰਾਂ ਤੋਂ ਹੋਏ। ਡਾਕਟਰ ਸਾਹਿਬ 3:30 ਵਜੇ ਰਾਤ ਤੱਕ ਵਾਰਡ 'ਚ ਰਹਿੰਦੇ ਨੇ, 8 ਵਜੇ ਫਿਰ ਹੀ ਇਜ਼ ਬੈਕ ਔਨ ਡਿਊਟੀ। ਔਰ ਫਿਰ ਜੇ ਕੋਈ ਇਲਜ਼ਾਮ ਲਗਾਏ ਤਾਂ ਮੇਰੇ ਖਿਆਲ 'ਚ ਇਹ ਬਹੁਤ ਬੁਰੀ ਗੱਲ ਹੈਗੀ ਹੈ। ਅੱਜ ਕੀ ਸਿਆਸਤ ਔਰ ਸੁਸਾਇਟੀ ਵਿੱਚ ਇੰਨੇ ਬਦਲਾਅ ਆ ਗਏ ਕਿ ਲੋਕ ਸਮਝ ਨਹੀਂ ਪਾ ਰਹੇ ਕਿ ਅਸੀਂ ਇਕੱਠੇ ਹੋ ਕੇ ਲੜਾਂਗੇ, ਪਰ ਅਸੀਂ ਇਹਦੇ ਵਿੱਚ ਵੀ ਇੱਕ ਦੂਜੇ ਤੋਂ ਲਾਭ ਲੱਭਦੇ ਰਹਿੰਦੇ ਹਾਂ। ਤਰੀਕੇ ਦਾ ਇੱਥੇ ਕੰਮ ਹੋ ਰਿਹਾ ਹੈ ਔਰ ਜਿਹੜੀਆਂ ਗਲਤ ਹਵਾਵਾਂ, ਕਿਉਂਕਿ ਇਹ ਸੀਐਮ ਦਾ ਸ਼ਹਿਰ ਹੈ, ਇੱਥੇ ਪੋਲਿਟਿਕਸ ਮਹਾਮਾਰੀ ਦੇ ਉੱਤੇ ਨਾ ਖੇਡਣ। ਹਾਨੀਕਾਰਕ ਔਰ ਇਹਦੀ ਬਹੁਤ ਨਿੰਦਾ ਕਰਦੀ ਹਾਂ ਮੈਂ ਕਿ ਜਿਨ੍ਹਾਂ ਨੇ ਉੱਥੇ ਜਾ ਕੇ ਜਿਹੜੇ ਪੇਸ਼ੈਂਟਸ ਆਲਰੇਡੀ ਅੰਦਰ ਨੇ, ਉਹਨਾਂ ਦੇ ਜਿਹੜੇ ਬਾਹਰ ਬੈਠੇ ਹੁੰਦੇ ਨੇ ਰਿਲੇਟਿਵਸ, ਉਹ ਅੱਗੇ ਟੈਨਸ਼ਨ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਜਾ ਕੇ ਤੁਸੀਂ ਭੜਕਾਓਗੇ ਤਾਂ ਨੈਚੁਰਲੀ ਉਹ ਭੜਕਾ ਕੇ ਹੋਰ ਗੱਲਾਂ ਦੱਸਣਗੇ। ਦੇ ਡੋਂਟ ਨੋ ਕਿ ਅੰਦਰ ਕੀ ਹੋ ਰਿਹਾ। ਇੰਨੇ ਮਹਾਮਾਰੀ ਵਿੱਚ ਵੀ ਔਰ ਇਸ ਮੌਸਮ ਵਿੱਚ ਵੀ ਇੰਨੀ ਦਿੱਕਤਾਂ ਨਾਲ ਬੈਠੇ ਹੈ, ਕੋਈ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਵਕਤ ਇਹ ਕਾਨੂੰਨ ਨੂੰ ਪਿੱਛੇ ਲੈ ਕੇ ਕਿਸਾਨਾਂ ਨੂੰ ਘਰ ਭੇਜ ਦੇਣ? ਅਸੀਂ ਖਾਲੀ ਪੰਜਾਬ ਦੇ ਨਾਗਰਿਕ ਨਹੀਂ ਹੈ, ਅਸੀਂ ਹਿੰਦੁਸਤਾਨ ਦੇ ਨਾਗਰਿਕ ਹੈ। ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹ ਸੋਚ ਕੇ ਇਸ ਗੱਲ ਨੂੰ ਅੱਗੇ ਲੈ ਕੇ ਇਸ ਨੂੰ ਨਿਪਟਾਉਣ। ਅਸੀਂ ਅੱਜ ਪਟਿਆਲੇ ਆਏ ਹਾਂ ਜਿੱਥੇ ਬਹੁਤ ਸਾਰੇ ਵਿਵਾਦ ਚੱਲ ਰਹੇ ਨੇ ਕਿ ਇੱਥੇ ਕੋਵਿਡ ਕਾਰਨ ਸੰਭਾਲ ਠੀਕ ਨਹੀਂ ਹੋ ਰਹੀ। ਸਿੱਧਾ ਮਹਾਰਾਣੀ ਪ੍ਰਨੀਤ ਕੌਰ ਨਾਲ ਬੈਠੇ ਹਾਂ, ਉਹਨਾਂ ਤੋਂ ਪੁੱਛਾਂਗੇ ਕਿ ਕਮੀਆਂ ਕੀ ਰਹਿ ਗਈਆਂ ਤੇ ਹੋਇਆ ਕੀ ਹੈ। ਮੈਮ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਨਿਮਰਤ। ਮੈਮ ਇੱਥੇ ਜਿਹੜੀ ਅਫਵਾਹਾਂ ਹੈਗੀਆਂ ਜੋ ਕਿਹਾ ਜਾ ਰਿਹਾ ਹੈ ਕਿ ਪਟਿਆਲਾ ਕੋਵਿਡ ਦੀ ਸਥਿਤੀ ਨੂੰ ਸੰਭਾਲ ਨਹੀਂ ਪਾਇਆ, ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਮੈਂ ਤਾਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰੀਕੇ ਨਾਲ ਪਟਿਆਲੇ ਦੇ ਵਿੱਚ ਕੋਵਿਡ ਦੀ ਸਥਿਤੀ ਸੰਭਾਲੀ ਗਈ ਹੈ, ਪੂਰੇ ਪੰਜਾਬ 'ਚ ਨਹੀਂ ਹੋਏਗੀ। ਜੇ ਮੈਨੂੰ ਕੋਵਿਡ ਹੋਇਆ ਤਾਂ ਮੈਂ ਚਾਹੂੰਗੀ ਕਿ ਮੇਰੀ ਟ੍ਰੀਟਮੈਂਟ ਪਟਿਆਲਾ ਰਜਿੰਦਰਾ ਹਸਪੀਟਲ ਦੇ ਡਾਕਟਰਾਂ ਤੋਂ ਹੋਏ। ਮੇਰੇ ਦੋਨੋਂ ਗ੍ਰੈਂਡ ਚਿਲਡਰਨ, ਉਹਨਾਂ ਦੀ ਵਾਈਫ, ਉਹਨਾਂ ਦੇ 4 ਸਾਲ ਦੀ ਬੱਚੀ ਨੂੰ ਹੁਣੇ ਹੋ ਕੇ ਹਟਿਆ, ਮਹੀਨਾ ਹੋ ਗਿਆ ਹੁਣ, ਇੱਥੇ ਹੀ ਪਟਿਆਲੇ, ਔਰ ਟ੍ਰੀਟਮੈਂਟ ਇੱਥੋਂ ਦੇ ਡਾਕਟਰਸ ਦੀ ਹੋਈ ਹੈ। ਔਰ ਮੇਰੇ ਖਿਆਲ 'ਚ ਵਧੀਆ ਤੋਂ ਵਧੀਆ ਹਸਪੀਟਲ ਦਿੱਲੀ ਵੀ ਇਹੋ ਜਿਹੀ ਟ੍ਰੀਟਮੈਂਟ ਨਹੀਂ ਹੋ ਸਕਦੀ। ਅਨਫੋਰਚੂਨੇਟਲੀ ਇਹ ਮੁੱਦਾ ਕਈ ਪਾਰਟੀਆਂ ਨੇ ਚੱਕ ਲਿਆ ਕਿ ਅਸੀਂ ਇਹਦੇ ਉੱਤੇ ਪੋਲੀਟੀਕਲ ਅਸੀਂ ਲਾਭ ਕਰਾਂਗੇ। ਇਹ ਟਾਈਮ ਨਹੀਂ ਕਿ ਅਸੀਂ ਕੋਈ ਵੀ ਕਿਸੇ ਕਿਸਮ ਦੀ ਪੋਲੀਟਿਕਸ ਕਰੀਏ। ਲੋਕਾਂ ਨੂੰ ਇਹ ਸ਼ੌਕ ਹੈ ਕਿ ਅਸੀਂ ਜਾ ਕੇ ਭੜਕਾ ਕੇ ਕੋਈ ਵੀਡੀਓ ਬਣਾ ਕੇ ਭੇਜ ਦਈਏ। ਡਾਕਟਰ ਸਿਬੀਆ ਬੈਠੇ ਨੇ, ਹੀ ਇਜ਼ ਹੈਡ ਆਫ ਕੋਵਿਡ ਇੰਚਾਰਜ ਰਜਿੰਦਰਾ ਹਸਪੀਟਲ ਦੇ। ਸੰਜੇ ਗੋਇਲ ਜੀ ਬੈਠੇ ਨੇ। ਤਾਂ ਮੈਂ ਤੁਹਾਨੂੰ ਇਹਨਾਂ ਦੱਸ ਸਕਦੀ ਹਾਂ ਕਿ ਡਾਕਟਰ ਸਾਹਿਬ 3:30 ਵਜੇ ਰਾਤ ਤੱਕ ਵਾਰਡ 'ਚ ਰਹਿੰਦੇ ਨੇ, 8 ਵਜੇ ਫਿਰ ਹੀ ਇਜ਼ ਬੈਕ ਔਨ ਡਿਊਟੀ। ਔਰ ਫਿਰ ਜੇ ਕੋਈ ਇਲਜ਼ਾਮ ਲਗਾਏ ਤਾਂ ਮੇਰੇ ਖਿਆਲ 'ਚ ਇਹ ਬਹੁਤ ਬੁਰੀ ਗੱਲ ਹੈਗੀ ਹੈ। ਸਾਨੂੰ ਸਾਰਿਆਂ ਨੂੰ ਰਿਸਪੌਂਸਿਬਲ ਸਿਟੀਜ਼ਨ ਹੋ ਕੇ ਜੋ ਮਰਜ਼ੀ ਗਵਰਨਮੈਂਟ ਕਰ ਲੈ, ਜਿੰਨੀ ਦੇਰ ਅਸੀਂ ਆਪ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਲੜਾਈ ਦੇ ਵਿੱਚ ਹਿੱਸਾ ਨਾ ਪਾਵਾਂਗੇ ਤਾਂ ਇਹ ਲੜਾਈ ਫਤਿਹ ਨਹੀਂ ਹੋ ਸਕਦੀ। ਮੈਮ ਤੁਸੀਂ ਲੜਾਈ ਦੀ ਕੀਤੀ, ਇਹ ਵੀ ਇੱਕ 3rd ਵਰਲਡ ਵਾਰ ਕੁਦਰਤ ਦੀ ਜੰਗ ਹੈਗੀ। ਸੋ ਵੀ ਤੁਸੀਂ ਉਸ ਟਾਈਮ ਵੀ ਦੇਖੇ ਜਦ ਇੰਡੀਆ ਜੰਗਾਂ ਵਿੱਚੋਂ ਗਿਆ ਸੀਗਾ। ਅੱਜ ਕੀ ਸਿਆਸਤ ਔਰ ਸੁਸਾਇਟੀ ਵਿੱਚ ਇੰਨੇ ਬਦਲਾਅ ਆ ਗਏ ਕਿ ਲੋਕ ਸਮਝ ਨਹੀਂ ਪਾ ਰਹੇ ਕਿ ਅਸੀਂ ਇਕੱਠੇ ਹੋ ਕੇ ਲੜਾਂਗੇ, ਪਰ ਅਸੀਂ ਇਹਦੇ ਵਿੱਚ ਵੀ ਇੱਕ ਦੂਜੇ ਤੋਂ ਲਾਭ ਲੱਭਦੇ ਰਹਿੰਦੇ ਹਾਂ। ਦੇਖੋ, ਅਨਫੋਰਚੂਨੇਟਲੀ ਡਿਵਿਸਿਵ ਜਿਹੜੇ ਪੋਲੀਟਿਕਸ ਸ਼ੁਰੂ ਹੋ ਗਏ ਨੇ, ਉਹ ਸਾਨੂੰ ਸਾਰੇ ਰਿਸਪੌਂਸਿਬਲ ਸਿਟੀਜ਼ਨਸ ਨੂੰ ਔਰ ਰਿਸਪੌਂਸਿਬਲ ਪੋਲੀਟੀਸ਼ੀਅਨਸ ਨੂੰ ਬਿਲਕੁਲ ਇਸ ਦੇ ਵਿੱਚ ਨਹੀਂ ਪੈਣਾ ਚਾਹੀਦਾ। ਔਰ ਪੰਜਾਬ ਦੀ ਹਾਲੇ ਤੱਕ ਪਰੰਪਰਾ ਠੀਕ ਹੈਗੀ ਹੈ, ਪਟਿਆਲੇ ਦੀ ਖਾਸ ਕਰਕੇ। ਔਰ ਮੈਂ ਫਿਰ ਇੱਕ ਵਾਰੀ ਤੁਹਾਡੇ ਰਾਹੀਂ ਅਪੀਲ ਕਰਦੀ ਹਾਂ ਕਿ ਅਸੀਂ ਸਾਰੇ ਪੰਜਾਬੀ ਹਿੰਦੁਸਤਾਨੀ ਨਾਗਰਿਕ ਬਣ ਕੇ ਇਕੱਠੇ ਹੋ ਕੇ ਸਾਰਾ ਕੁਝ ਛੱਡ ਕੇ ਇਹ ਲੜਾਈ ਲੜੀਏ। ਜਦ ਟਾਈਮ ਆਊਗਾ, ਇਲੈਕਸ਼ਨਸ ਦਾ ਟਾਈਮ ਆਊਗਾ, ਪੋਲੀਟਿਕਸ ਦਾ, ਉਦੋਂ ਖੁੱਲ੍ਹ ਕੇ ਕਰੋ। ਸਾਡਾ ਡੈਮੋਕ੍ਰੈਟਿਕ ਰਾਈਟ ਹੈਗਾ।
ਮੈਮ ਐਮਪੀ ਲੈਂਡ ਫੰਡ ਬਾਰੇ ਚਾਹੁੰਦੀ ਸੀ ਕਿ ਤੁਹਾਡੇ ਐਮਪੀ ਲੈਂਡ ਫੰਡਸ ਪਹਿਲੇ ਵਾਪਸ ਲੈ ਲਏ ਗਏ ਸੀ, ਹੁਣ ਕੀ ਸਥਿਤੀ ਹੈ? ਦੇਖੋ ਹੁਣ ਸਾਨੂੰ 2.5 ਕਰੋੜ ਵਾਪਸ ਆਇਆ ਹੈ ਤੇ ਇਹਦੇ ਵਿੱਚੋਂ ਪਟਿਆਲਾ ਦੇ ਲਈ 10 ਜਿਹੜੇ ਆਕਸੀਜਨ ਦੇ ਪਲਾਂਟ ਲੱਗਣ ਲੱਗੇ ਨੇ, 4 ਮੇਰੇ ਖਿਆਲ 'ਚ ਰਜਿੰਦਰਾ 'ਚ, ਇੱਕ ਛੋਟਾ ਲੱਗੂਗਾ ਪਾਤੜਾ, ਇੱਕ ਰਾਜਪੁਰੇ, ਇੱਕ ਨਾਭੇ, ਮਾਤਾ ਕੌਸ਼ਲਿਆ ਪਟਿਆਲੇ 'ਚ, ਹਾਂ ਮਾਤਾ ਕੌਸ਼ਲਿਆ 'ਚ। ਸੋ ਇਹਦੇ ਲਈ ਪਲਾਂਟਸ ਦੇ ਲਈ ਕੋਈ ਬੜੀਆਂ ਕੰਪਨੀਜ਼ ਆ ਪੁਟਿੰਗ ਦਮ ਅਪ ਐਜ਼ CSR, ਪਰ ਜੋ ਉਹ ਖਾਲੀ ਪਲਾਂਟਸ ਦੇ ਰਹੇ ਨੇ, ਜੋ ਇਨਫਰਾਸਟ੍ਰਕਚਰ ਉਸ ਲਈ ਚਾਹੀਦੀ ਹੈ, ਜਨਰੇਟਰ ਚਾਹੀਦੇ ਨੇ, ਜੋ ਵਾਇਰਿੰਗ ਚਾਹੀਦੀ, ਜੋ ਮੇਨਟੇਨੈਂਸ ਚਾਹੀਦੀ ਹੈ, ਉਹਦਾ ਪੂਰਾ ਇਹ 10 ਪਲਾਂਟਾਂ ਲਈ 2 ਕਰੋੜ ਦਾ ਐਸਟੀਮੇਸ਼ਨ ਬਣਿਆ ਹੈ। ਉਹ ਸੈਂਕਸ਼ਨ ਅਸੀਂ ਲੈ ਲਈ ਹੈ ਕਿ ਵਨ ਟਾਈਮ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਕੋਵਿਡ ਰਿਲੇਟਡ ਦੇ ਲਈ ਅਸੀਂ ਇਹ ਇਸਤੇਮਾਲ ਕਰ ਸਕਦੇ ਹਾਂ। ਸੋ ਜਿਹੜੇ ਉਹ 2 ਕਰੋੜ ਮੇਰੇ ਕੋਲ ਹੈਗੇ ਨੇ ਆਲਰੇਡੀ ਈਅਰਮਾਰਕ ਹੋ ਗਏ ਕਿ ਇਹਨਾਂ ਦੀ ਜਿਹੜੀ ਜਨਰੇਸ਼ਨ ਸੈਟਸ ਹੋਣਗੇ, ਵਾਇਰਿੰਗ ਹੋਏਗੀ, ਜੋ ਵੀ ਹੋਊਗਾ ਉਹਦੇ ਲਈ ਇਹ ਇਸਤੇਮਾਲ ਹੋਊਗਾ ਕਿ ਅਸੀਂ ਜਲਦ ਤੋਂ ਜਲਦ ਮਹੀਨੇ, 1.5 ਮਹੀਨੇ ਔਰ 2 ਮਹੀਨੇ ਦੇ ਅੰਦਰ ਅੰਦਰ ਇਹ ਪਲਾਂਟਸ ਸਾਰੇ 10 ਦੇ 10 ਲੱਗ ਜਾਣਗੇ। ਮੈਮ ਸੈਂਟਰ ਗਵਰਨਮੈਂਟ ਨਾਲ ਹੁਣ ਕਿਸ ਤਰ੍ਹਾਂ ਦੇ ਕੋਆਪਰੇਸ਼ਨ ਮਿਲ ਰਹੀ ਹੈ ਤੁਹਾਨੂੰ, ਜਾਂ ਮਤਲਬ ਜਿਵੇਂ ਅਸੀਂ ਗੱਲ ਕਰੀਏ ਕਿ ਇਹ ਕਿਹਾ ਜਾ ਰਿਹਾ ਹੈ ਕਿ ਸੈਂਟਰ ਸੁੱਤੀ ਰਹਿ ਗਈ, ਪਤਾ ਨਹੀਂ ਚੱਲਿਆ, ਸੋ what is your take on that? ਦੇਖੋ ਸਾਰੀ ਦੁਨੀਆ ਨੂੰ ਪਤਾ ਸੀ ਸੈਕੰਡ ਵੇਵ ਸ਼ੁਰੂਆਤ ਹੋ ਗਈ ਸੀ। ਸਾਡਾ ਜਿਹੜਾ ਆਣਾ ਜਾਣਾ ਸਪੈਸ਼ਲੀ ਸਾਡੇ NRI ਬੜੇ ਨੇ ਉਹਨਾਂ ਕੰਟਰੀਜ਼ 'ਚ, ਚਾਹੇ UK ਹੋਏ, ਕੈਨੇਡਾ ਹੋਏ, ਜਿੱਥੇ ਵੀ ਹੋਏ, ਇੱਥੇ ਸੈਕੰਡ ਵੇਵ ਬਹੁਤ ਭਿਆਨਕ ਤਰ੍ਹਾਂ ਨਾਲ ਸ਼ੁਰੂ ਹੋ ਗਈ ਸੀ, ਪਰ ਫਲਾਈਟ ਸਾਰੀਆਂ ਸੀ ਜਾ ਰਹੀਆਂ ਸੀ। ਤਾਂ ਸਾਨੂੰ ਵੀ ਇਹਦਾ ਜ਼ਰੂਰ ਸਾਨੂੰ ਇਹਦੀ ਸੂਚਨਾ ਹੋਣੀ ਚਾਹੀਦੀ ਸੀ ਔਰ ਹੋਈ ਵੀ ਸੀ ਕਿ ਇੱਥੇ ਵੀ ਸੈਕੰਡ ਵੇਵ ਆ ਸਕਦਾ ਹੈ। ਤਾਂ ਸਾਡੀ ਥੋੜ੍ਹੀ ਜਿਹੀ ਅਸੀਂ ਅਨਵੇਸ ਸੈਂਟਰ ਕਹਿ ਲਓ, ਸੈਂਟਰ ਦੇ ਨਾਲ ਸਟੇਟਸ ਕਹਿ ਲਓ, ਹੁਣ ਇਹ ਬਲੇਮ ਗੇਮ ਤਾਂ ਕਰਨੀ ਨਹੀਂ ਚਾਹੀਦੀ, ਪਰ ਰਿਸਪੌਂਸਿਬਿਲਿਟੀ ਲੈਣੀ ਚਾਹੀਦੀ ਕਿ ਹਾਂ ਗਲਤੀ ਸੀ ਔਰ ਇਹ ਸਿਚੁਏਸ਼ਨ ਆ ਗਈ, ਪਰ ਇਸ ਨੂੰ ਹੁਣ ਜਲਦ ਤੋਂ ਜਲਦ ਜਿੰਨਾ ਵੀ ਸਭ ਨੂੰ ਇਹ ਕਰ ਸਕਦੇ ਨੇ, ਕਿਉਂਕਿ ਸਭ ਕੁਝ ਸੈਂਟਰਲਾਈਜ਼ਡ ਹੈ, ਸੈਂਟਰ ਕੋਲ ਸਾਰੇ ਪਾਵਰਸ ਨੇ, ਐਲੋਕੇਸ਼ਨ ਉਹ ਦਿੰਦੇ ਨੇ, ਟੈਂਕਰ ਤੱਕ ਐਲੋਕੇਸ਼ਨ ਉਹ ਦਿੰਦੇ ਨੇ। ਸਾਨੂੰ ਪੰਜਾਬ ਦੇ ਲਈ ਟੈਂਕਰਾਂ ਨੇ ਲੜ ਕੇ ਐਲੋਕੇਸ਼ਨ ਬੁਖਾਰੋ ਤੋਂ ਕਰਤੀ, ਕਿਸ ਤਰ੍ਹਾਂ ਆਉਣਗੇ ਟੈਂਕਰ? ਇੱਕ ਖਾਲੀ ਤਾਂ ਅਸੀਂ 에ਅਰਲਿਫਟ ਕਰਕੇ ਭੇਜਦੇ, ਪਰ ਵਾਪਸ ਤਾਂ ਦੇ ਹੈਵ ਟੂ ਕਮ ਬਾਈ ਡਰਾਈਵਿੰਗ। ਸੋ ਇਹ ਗੱਲਾਂ ਨੂੰ ਥੋੜ੍ਹਾ ਜਿਹਾ ਸਟ੍ਰੀਮਲਾਈਨ ਕਰਨ ਲਈ ਜ਼ਰੂਰ ਸੈਂਟਰਲ ਨਾਲ ਪੂਰੀ ਸਟੇਟ ਗਵਰਨਮੈਂਟ ਨੇ, ਪੰਜਾਬ ਨੇ ਲੜਾਈ ਲੜੀ, ਥੋੜ੍ਹੀ ਜਿਹੀ ਈਜ਼ਿੰਗ ਹੋਈ ਹੈ, ਵਧੀਆ ਹੈ। ਔਰ ਅਸੀਂ ਰਿਕੁਐਸਟ ਵੀ ਕੀਤੀ ਹੈ CM ਨੇ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਨੇ ਥੋੜ੍ਹੀ ਜਿਹੀ ਨੇੜੇ ਤੋਂ ਕਰੋ ਜਿੱਥੋਂ ਅਵੇਲੇਬਲ ਨੇ। ਐਵਰੀ ਸਟੇਟ ਨੂੰ ਜਿੱਥੋਂ ਨੀਅਰੈਸਟ ਪੁਆਇੰਟ ਆ ਉੱਥੋਂ ਮਿਲਣਾ ਚਾਹੀਦਾ। ਮੈਮ ਇਹ ਤੋਂ ਹੁਣ ਨਿਕਲ ਕੇ ਆ ਰਿਹਾ ਕਿ ਉਹ ਅਗਲਾ ਪਿੰਡਾਂ ਵਿੱਚ ਪਹੁੰਚ ਗਿਆ, ਮੇ ਬੀ ਉਹ ਕੁੰਭ ਮੇਲੇ ਕਰਕੇ ਪਹੁੰਚ ਗਿਆ। ਅੱਜ ਸਵੇਰੇ ਖਬਰ ਆਈ ਹੈ ਕਿ ਵੀ ਇੱਕ ਕਿਸਾਨ ਨੂੰ ਵੀ ਕੋਵਿਡ ਉੱਥੇ ਸਿੰਘੂ ਬਾਰਡਰ ਤੇ ਗੁਜ਼ਰ ਗਿਆ। ਉਹ ਵੀ ਇੱਕ ਸਾਡਾ ਇੱਥੋਂ ਪਟਿਆਲੇ ਡਿਸਟ੍ਰਿਕਟ ਦਾ ਕਿਸਾਨ ਸੀ। ਸੋ ਇਹਦਾ ਮਤਲਬ ਹੁਣ ਪਿੰਡਾਂ ਵਿੱਚ ਆ ਗਿਆ, ਜਿਹੜਾ ਅਸੀਂ ਕਹਿੰਦੇ ਸੀ ਜਿਹੜਾ ਪਹਿਲਾ ਸਟ੍ਰੇਨ ਨਹੀਂ ਸੀ, ਮੇ ਬੀ ਇਹ ਥਰਡ ਜਿਹੜਾ ਸਟ੍ਰੇਨ ਹੈਗਾ ਜ਼ਿਆਦਾ ਘਾਤਕ ਸਾਬਤ ਹੋ ਰਿਹਾ ਹੈਗਾ। ਸੋ ਰੂਰਲ ਵਿੱਚ ਸਾਡੀ ਤਿਆਰੀ ਨਹੀਂ ਹੈਗੀ ਹੈ ਜੋ ਨਹੀਂ। ਦੇਖੋ ਇਹ ਸੈਡਲੀ ਪੈਨ ਇੰਡੀਆ ਮੇਰੇ ਖਿਆਲ 'ਚ ਜਿਹੜਾ ਹੈਲਥ ਸਿਸਟਮ ਹੈ ਕਨਸੈਪਟ ਨਹੀਂ ਹੁੰਦਾ ਸੀ। ਰੂਰਲ ਦੀਆਂ ਛੋਟੀਆਂ ਡਿਸਪੈਂਸਰੀਜ਼, ਕੋਈ ਮੇਜਰ ਗੱਲ ਹੋਏ ਤਾਂ ਸਾਰੇ ਸ਼ਹਿਰਾਂ 'ਚ ਜਾਂਦੇ ਸੀ, ਪਰ ਹੁਣ ਇਸ ਦੇ ਨਾਲ ਮੇਰੇ ਖਿਆਲ 'ਚ ਰੂਰਲ 'ਚ ਵੀ ਪ੍ਰੀਪੇਅਰਡਨੈਸ ਹੋਣਾ ਪਊਗਾ। ਔਰ ਅਹਿਸਾਸ ਸਭ ਗਵਰਨਮੈਂਟਸ ਨੂੰ ਹੋ ਗਿਆ, ਆਈ ਨੋ ਪੰਜਾਬ ਗਵਰਨਮੈਂਟ ਨੂੰ ਹੋ ਗਿਆ। ਹੁਣ ਜੋ ਅਸੀਂ ਤਿਆਰੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਇਹ ਆਕਸੀਜਨ ਪਲਾਂਟਸ ਨੇ, ਇਹ ਆਕਸੀਜਨ ਪਲਾਂਟਸ ਪਾਤੜਾ ਉੱਥੇ ਰੂਰਲ ਬੈਲਟ ਉੱਧਰਲੀ, ਨਾਭੇ ਦੀ ਰੂਰਲ ਬੈਲਟ, ਰਾਜਪੁਰਾ, ਉੱਥੋਂ ਘਨੌਰ, ਰਾਜਪੁਰਾ, ਇਹ ਸਾਰਾ ਫੀਡ ਹੋ ਸਕਦਾ ਹੈ। ਇਸ ਤਰ੍ਹਾਂ ਦੇ ਜਿਹੜੇ ਹੁਣ ਆਉਣਗੇ ਤਾਂ ਮੇਰੇ ਖਿਆਲ 'ਚ ਇਹ ਜ਼ਰੂਰ ਈਜ਼ ਹੋਊਗਾ 2 ਮਹੀਨਿਆਂ ਦੇ ਅੰਦਰ ਕਿ ਇੱਕਦਮ ਪੇਸ਼ੈਂਟ ਨੂੰ ਲੋੜ ਪਏ, ਕਿਉਂਕਿ ਹਲੇ ਜਾਣਕਾਰੀ ਨਹੀਂ
ਬਿਮਾਰ ਹੋ ਗਏ ਤਦ ਪਤਾ ਲੱਗਦਾ ਜਦ ਬਿਲਕੁਲ ਡੈਥ ਬੈੱਡ ਤੇ ਆ ਜਾਂਦੇ ਨੇ। ਬਿਲਕੁਲ ਮੈਂ ਝਾਰਖੰਡ ਦੀ ਰਿਪੋਰਟ ਪੜ੍ਹ ਰਹੀ ਸੀ, ਉੱਥੇ ਤੇ ਕਰੋਸਿਨ ਵੀ ਨਹੀਂ ਮਿਲ ਰਹੀ, ਕਰੋਸਿਨ ਲਈ ਵੀ ਪੈਸੇ ਦੇਣੇ ਪੈ ਰਹੇ। ਸੋ ਅਸੀਂ ਪੰਜਾਬ ਵਿੱਚ ਕੀ ਤਿਆਰੀ ਕਰ ਰਹੇ ਹਾਂ ਕਿ ਪਿੰਡਾਂ ਵਿੱਚ ਇਹੋ ਜਿਹੀ ਤਕਲੀਫ ਨਾ ਆਏ? ਮੇਰੇ ਖਿਆਲ 'ਚ ਇੱਕ ਮੁਹਿੰਮ ਜਿਹੜੀ ਸੀਐਮ ਸਾਹਿਬ ਨੇ ਚਲਾਈ ਹੈ, ਅੱਜ ਵੀ ਤੁਹਾਡੇ ਆਉਣ ਤੋਂ ਪਹਿਲੇ ਅਸਰਪੁਰ ਪਿੰਡ ਦੀ ਪੰਚਾਇਤ ਨਾਲ ਮੈਂ ਵੀਡੀਓ ਕਾਨਫਰੰਸ ਕਰ ਰਹੀ ਸੀ ਕਿ ਇਹਨਾਂ ਦੀ ਹੈਲਪ ਬਿਨਾਂ ਅਸੀਂ ਇਸ ਬਿਮਾਰੀ ਨਾਲ ਲੜ ਨਹੀਂ ਸਕਦੇ। ਇਹਨਾਂ ਨੂੰ ਸਾਰੇ ਕੋਵਿਡ ਦੇ ਨੋਰਮਸ ਪਹਿਲੇ ਫੋਲੋ ਕਰਨੇ ਪੈਣਗੇ। ਵੈਕਸੀਨੇਸ਼ਨ ਕਰਨੀ ਪਊਗੀ। ਵੈਕਸੀਨੇਸ਼ਨ ਵੀ ਵਾਂਟ ਕਿ 100% ਗਲੋਬਲ ਵੈਕਸੀਨੇਸ਼ਨ ਬੈਂਕ ਦੇ ਨਾਲ ਜੁੜ ਗਏ ਹਾਂ ਅਸੀਂ ਪੰਜਾਬ ਦੇ, ਪਰ ਜਿੰਨੀ ਦੇਰ ਪੂਰੇ ਡੋਸੇਜ ਨਹੀਂ ਆਉਂਦੀ ਤਾਂ ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰ ਸਕਦੇ। ਪਰ ਵੀ ਆਰ ਡੂਇੰਗ ਆਰ ਬੈਸਟ। ਔਰ ਮੇਰੇ ਖਿਆਲ 'ਚ ਡਾਕਟਰ ਸਾਹਿਬ ਵੀ ਦੱਸਣਗੇ ਜੇ ਮਾਸਕ ਹੀ ਪਾ ਲੈਣ, ਹੱਥ ਹੀ ਧੋ ਲੈਣ ਤਾਂ ਅੱਧੀ ਬਿਮਾਰੀ ਦਾ ਸਾਹਮਣਾ ਅਸੀਂ ਇੱਥੇ ਹੀ ਕਰ ਲਾਂਗੇ। ਤਾਂ ਇਹ ਇਹਨਾਂ ਨੂੰ ਸਮਝਣਾ ਚਾਹੀਦਾ। ਸੋ ਅੱਜ ਇਹ ਗੱਲ ਮੈਂ ਸਮਝਾਈ। ਸਾਡੇ ਡਿਪਟੀ ਕਮਿਸ਼ਨਰ ਨੋਡਲ ਆਫਿਸਰਸ ਸਾਰੇ ਹੁਣ ਰੂਰਲ ਬੈਲਟ ਦੇ ਵਿੱਚ ਫੈਲ ਗਏ ਨੇ ਪੂਰੇ ਪੰਜਾਬ 'ਚ, ਔਰ ਉੱਥੋਂ ਹੀ ਗੱਲ ਕਰਾ ਰਹੇ ਨੇ। ਸਾਡੇ ਕਮਿਸ਼ਨਰ ਸਾਹਿਬ ਰੋਜ਼ 2 ਪਿੰਡਾਂ 'ਚ ਜਾ ਰਹੇ ਨੇ ਔਰ ਨਾਲ ਦੀ ਨਾਲ ਉੱਥੇ ਦੀਆਂ ਪੰਚਾਇਤਾਂ, ਨਾਲ ਵਾਲੀਆਂ ਪੰਚਾਇਤਾਂ ਬੁਲਾ ਕੇ ਅਵੇਅਰਨੈਸ ਅਸੀਂ ਕਰ ਰਹੇ ਹਾਂ। ਔਰ ਮੇਰੇ ਖਿਆਲ 'ਚ ਮੀਡੀਆ ਦੇ ਥਰੂ ਜਿੰਨਾ ਤੁਸੀਂ ਕਰ ਸਕਦੇ ਹੋ ਕਿ ਇਹ ਇੱਕ ਨਾਗਰਿਕ ਦੀ ਆਪਣੀ ਜ਼ਿੰਮੇਵਾਰੀ ਹੈ ਇਸ ਨਾਲ ਸਾਂਝ ਦੇ ਕੇ ਗਵਰਨਮੈਂਟ ਦੇ ਨਾਲ ਲੜਨ ਦੇ ਲਈ। ਤਾਂ ਆਈ ਥਿੰਕ ਜੋ ਪ੍ਰੋਬਲਮ ਆ ਰਹੀ ਹੈ ਉਸ ਦੇ ਉੱਤੋਂ ਅਸੀਂ ਉੱਠ ਸਕਦੇ ਹਾਂ। ਇਹ ਗੱਲਾਂ ਹਵਾਵਾਂ ਉੱਡੀਆਂ ਜਾਂਦੀਆਂ ਨੇ ਕਿ ਤੁਸੀਂ ਹਸਪੀਟਲ ਜਾਓਗੇ ਔਰ ਹਸਪੀਟਲ ਤੋਂ ਤਾਂ ਤੁਸੀਂ ਮੁਰਦੇ ਹੀ ਵਾਪਸ ਆਓਗੇ। ਇਹ ਗਲਤ ਗੱਲ ਹੈ। ਉਹ ਦੇਰੀ ਵੀ ਕਰ ਰਹੇ ਜਾਣ ਵਿੱਚ, ਬਹੁਤ ਦੇਰੀ ਕਰ ਰਹੇ। ਮੇਰੇ ਖਿਆਲ 'ਚ 48% ਪੀਪਲ ਲੇਟ ਆ ਰਹੇ ਨੇ ਰਜਿੰਦਰਾ ਹਸਪੀਟਲ ਦੇ ਵਿੱਚ ਹੀ। ਇਹ ਡਾਕਟਰ ਸਾਹਿਬ ਤੁਹਾਨੂੰ ਜ਼ਿਆਦਾ ਜਾਣਕਾਰੀ ਦੇ ਦੇਣਗੇ। ਸੋ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ, ਚਾਹੇ ਤੁਹਾਨੂੰ ਅਸੀਂ ਵੀਡੀਓਜ਼ ਅਵੇਲੇਬਲ ਕਰ ਦਿੰਦੇ ਹਾਂ ਔਰ ਹੁਣੇ ਲੋਕਾਂ ਦੇ ਜਿਹੜੇ ਅਸਲੀ ਉੱਥੇ ਹੈਗੇ ਨੇ, ਥੋੜ੍ਹੀ ਜਿਹੀ ਪੋਲੀਟਿਕਸ ਵੀ ਪਲੇ ਹੋਈ ਹੈ ਜਿਹੜੀ ਬਹੁਤ ਹੀ ਇਸ ਨੂੰ ਅਸੀਂ ਹਾਨੀਕਾਰਕ ਔਰ ਇਹਦੀ ਬਹੁਤ ਨਿੰਦਾ ਕਰਦੀ ਹਾਂ ਮੈਂ ਕਿ ਜਿਨ੍ਹਾਂ ਨੇ ਉੱਥੇ ਜਾ ਕੇ ਜਿਹੜੇ ਪੇਸ਼ੈਂਟਸ ਆਲਰੇਡੀ ਅੰਦਰ ਨੇ, ਉਹਨਾਂ ਦੇ ਜਿਹੜੇ ਬਾਹਰ ਬੈਠੇ ਹੁੰਦੇ ਨੇ ਰਿਲੇਟਿਵਸ, ਉਹ ਅੱਗੇ ਟੈਨਸ਼ਨ ਦੇ ਵਿੱਚ ਹੁੰਦੇ ਆ। ਉਹਨਾਂ ਨੂੰ ਜਾ ਕੇ ਤੁਸੀਂ ਭੜਕਾਓਗੇ ਤਾਂ ਨੈਚੁਰਲੀ ਉਹ ਭੜਕਾ ਕੇ ਹੋਰ ਗੱਲਾਂ ਦੱਸਣਗੇ। ਦੇ ਡੋਂਟ ਨੋ ਕਿ ਅੰਦਰ ਕੀ ਹੋ ਰਿਹਾ, ਔਰ ਨਾ ਨੋਰਮਸ ਦੇ ਮੁਤਾਬਕ ਅਸੀਂ ਉਹਨਾਂ ਨੂੰ ਭੇਜ ਵੀ ਨਹੀਂ ਸਕਦੇ। ਆਈਸੋਲੇਸ਼ਨ ਤਾਂ ਕਰਨੀ ਯੂ ਕੈਨੋਟ। ਔਰ ਉਹਨਾਂ ਦੇ ਡਾਕਟਰਸ ਵੀ ਉਹਨਾਂ ਦੀ ਵੀਡੀਓ ਕਾਲ ਕਰਵਾ ਦਿੰਦੇ ਨੇ। ਪੇਸ਼ੈਂਟਸ ਅੰਦਰ ਦੇ ਆਰ ਬੀਇੰਗ ਲੁਕਡ ਆਫਟਰ। ਕਿਤੇ ਥੋੜੀ ਜਿਹੀ ਸਲਿੱਪ ਹੋ ਜਾਏ ਕਿਉਂਕਿ ਬਹੁਤ ਜ਼ਿਆਦਾ ਲੋਡ ਹੈ, ਕਿਤੇ ਪੇਸ਼ੈਂਟ ਦਾ 5 ਮਿੰਟ ਲੇਟ ਹੋ ਜਾਏ ਜਦ ਦੂਜੇ ਪੇਸ਼ੈਂਟ ਨੂੰ ਦੇਖ ਰਹੇ ਨੇ, ਇਹ ਗੱਲਾਂ ਭੜਕਾਉਣ ਵਾਲੀਆਂ ਨਹੀਂ ਹੈ। ਬਿਲਕੁਲ ਤੁਸੀਂ ਭੜਕਾਓਗੇ ਤਾਂ ਇਟਸ ਰੋਂਗ। ਔਰ ਜਿਹੜਾ ਪੋਲੀਟੀਸ਼ੀਅਨ ਜਾ ਕੇ ਜਿਹੜੀ ਪਾਰਟੀ ਨੇ ਕੀਤਾ, ਮੈਂ ਗਲਤ ਕਹਿੰਦੀ ਹਾਂ ਔਰ ਉਹਨਾਂ ਨੂੰ ਕੰਡੈਮ ਕਰਦੀ ਹਾਂ। ਔਰ ਇੰਨਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਟੀਮਾਂ ਬਣਾਈਆਂ ਨੇ ਸਾਡੀ ਪਾਰਟੀ ਨੇ। ਸਾਡੇ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਯੂਥ ਦੇ ਮੁੰਡੇ ਜਾ ਕੇ ਉਹਨਾਂ ਬੰਦਿਆਂ ਨਾਲ ਇੰਟਰੈਕਸ਼ਨ ਕਰ ਰਹੇ ਨੇ ਜਿਹੜੇ ਬਾਹਰ ਬੈਠੇ ਨੇ, ਪੇਸ਼ੈਂਟਸ ਦੇ ਰਿਲੇਟਿਵਸ। ਉਹਨਾਂ ਦੀ ਸਾਰੀ ਇੱਕ ਚੀਜ਼ ਨੋਟ ਹੁੰਦੀ ਹੈ ਇਨ ਦ ਨੋਟਬੁੱਕ ਐਂਡ ਦੈਨ ਕਨਵੇਡ ਟੂ ਦ ਅਥਾਰਟੀਜ਼ ਕਿ ਇਹ ਕਮੀਆਂ ਲੋਕਾਂ ਨੂੰ ਆ ਰਹੀਆਂ ਨੇ, ਤੁਸੀਂ ਇਹ ਦਿੱਕਤਾਂ ਆ ਰਹੀਆਂ ਨੇ, ਇਹਨਾਂ ਨੂੰ ਠੀਕ ਕਰੋ। ਔਰ ਉਹਦੇ ਨਾਲ ਮੇਰੇ ਖਿਆਲ 'ਚ 90% ਸਾਡੀ ਜਿਹੜੀ ਹੈਗੀ ਹੈ ਸੈਟਿਸਫੈਕਸ਼ਨ ਹੋ ਰਹੀ ਹੈ ਪੇਸ਼ੈਂਟਸ ਦੇ ਰਿਲੇਟਿਵਸ ਦੇ ਲਈ। ਇਹ ਥੋੜ੍ਹਾ ਜਿਹਾ ਸੋਸ਼ਲ ਵਰਕ ਜਿਹਦੇ ਵਿੱਚ ਪੈਸੇ ਨਹੀਂ ਲੱਗਦੇ, ਕੰਮ ਕਰਨ ਦੀ ਅਵੇਅਰਨੈਸ ਦੀ ਲੋੜ ਹੈ। ਔਰ ਮੈਂ ਜ਼ਰੂਰ ਆਪਣੇ ਹੀ ਬੱਚੇ ਨੇ ਪਟਿਆਲੇ ਦੇ ਔਰ ਜੋ ਯੂਥ ਕਾਂਗਰਸ ਦੇ ਨੇ, ਇਹਨਾਂ ਨੂੰ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ। ਚਾਹੇ ਤੁਸੀਂ ਹੁਣੇ ਟੀਮ ਜਾ ਕੇ ਦੇਖ ਲਓ, ਅਸੀਂ ਉਹਨਾਂ ਨੂੰ ਕਿਸੇ ਨੂੰ ਕਹਿੰਦੇ ਨਹੀਂ ਕਿ ਕਿਸ ਤਰ੍ਹਾਂ ਕੰਮ ਚੱਲ ਰਿਹਾ, ਔਰ ਤੁਹਾਨੂੰ ਪਤਾ ਚੱਲੂਗਾ ਕਿ ਅਸਲੀ ਹਾਲਾਤ ਕੀ ਹੈਗੇ ਨੇ ਹਸਪੀਟਲ 'ਚ। ਮੈਮ ਆਖਰੀ ਸਵਾਲ ਤੇ ਆਉਂਦੀ ਹਾਂ, ਇਹ ਮੁੱਦਾ ਭਾਵੇਂ ਕੋਵਿਡ ਦਾ ਬਟ ਇੱਕ ਸਾਡੇ ਕਿਸਾਨ, ਜਿਵੇਂ ਅਸੀਂ ਕੱਲ ਦੇਖਿਆ ਜਦ ਸਾਈਕਲੋਨ ਗੁਜਰਾਤ ਵੱਲੋਂ ਇੱਧਰ ਨੂੰ ਆਇਆ, ਕਿਸ ਤਰ੍ਹਾਂ ਬਾਰਿਸ਼ ਵਿੱਚ ਕਿਸ ਹਾਲਤ ਵਿੱਚ ਬੈਠੇ ਹੋਏ। ਸੋ
ਸੈਂਟਰ ਵਿੱਚ ਤੁਸੀਂ ਆਵਾਜ਼ ਚੁੱਕਣੀ ਹੈ, ਕੋਈ ਤਰੀਕਾ ਲੱਭ ਸਕਿਆ ਸਕਦਾ ਕਿ ਵੀ ਇੰਨੇ ਮਹਾਮਾਰੀ ਵਿੱਚ ਵੀ ਔਰ ਇਸ ਮੌਸਮ ਵਿੱਚ ਵੀ ਇੰਨੀ ਦਿੱਕਤਾਂ ਨਾਲ ਬੈਠੇ ਹੈ? ਕੋਈ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਵਕਤ ਇਹ ਕਾਨੂੰਨ ਨੂੰ ਪਿੱਛੇ ਲੈ ਕੇ ਕਿਸਾਨਾਂ ਨੂੰ ਘਰ ਭੇਜ ਦੇਣ? ਬਿਕੋਜ਼ ਉਹਨਾਂ ਦੀ ਹਾਲਤ ਦੇਖ ਕੇ ਤਾਂ ਹੁਣ ਅਸੀਂ ਤਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਹਾਂ। ਸਾਡੀ ਪਾਰਟੀ ਨੇ ਸਭ ਕੁਝ ਕਿਹਾ ਹੈ। ਪ੍ਰਧਾਨ ਮੰਤਰੀ ਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਪਾਰਲੀਮੈਂਟ ਜਦ ਚੱਲੀ ਹੈ ਇਹੀ ਮੁੱਦੇ ਚੱਲੇ ਨੇ। ਅਸੀਂ ਇੱਕ MP ਉਹਦੇ ਉੱਤੇ ਬੋਲੇ ਹੈ। ਉਹਨਾਂ ਦੀ ਨਾਲ ਉਹਨਾਂ ਦੀ ਆਪਣੀ ਅਲੱਗ ਧਰਨੇ ਵੀ ਦਿੱਤੇ ਨੇ, ਲਗਾਤਾਰ ਸਾਰਾ ਕੁਝ ਕੀਤਾ, ਪਰ ਸਾਰਾ ਕੰਟਰੋਲ ਮੋਦੀ ਸਾਹਿਬ ਕੋਲ ਹੈਗਾ। ਜਿੰਨੀ ਦੇਰ ਉਹਨਾਂ ਨੂੰ ਇਹ ਗੱਲ ਸਮਝ ਨਾ ਆਏ ਕਿ ਇਸ ਦੇ ਕੀ ਇਲਜ਼ਾਮ ਹੈ, ਔਰ ਅਸੀਂ ਖਾਲੀ ਪੰਜਾਬ ਦੇ ਨਾਗਰਿਕ ਨਹੀਂ ਹੈ, ਅਸੀਂ ਹਿੰਦੁਸਤਾਨ ਦੇ ਨਾਗਰਿਕ ਹੈ। ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹ ਸੋਚ ਕੇ ਇਸ ਗੱਲ ਨੂੰ ਅੱਗੇ ਲੈ ਕੇ ਇਸ ਨੂੰ ਨਿਪਟਾਉਣ। ਮੈਂ ਤਾਂ ਫਿਰ ਤੁਹਾਡੇ ਰਾਹੀਂ ਅਪੀਲ ਕਰਦੀ ਹਾਂ ਪ੍ਰਾਈਮ ਮਿਨਿਸਟਰ ਨੂੰ ਕਿ ਪਲੀਜ਼ ਇਸ ਗੱਲ ਨੂੰ ਨਿਪਟਾਓ। ਬਹੁਤ ਵੱਡੀ ਸਮੱਸਿਆ ਹੈਗੀ ਹੈ ਔਰ ਥੋੜ੍ਹੇ ਜਿਹੀ ਗੱਲ ਦੇ ਵਿੱਚ ਇਹ ਨਿਪਟ ਸਕਦਾ ਹੈ। ਔਰ ਇਹਦੇ ਨਾਲ ਜਿੱਥੇ ਆਪਣੇ ਇਹ ਰੋਜ਼ੀ ਰੋਟੀ ਲਈ ਲੜ ਰਹੇ ਹੈ, ਹੁਣ ਆਪਣੀ ਜਾਨਾਂ ਲਈ ਵੀ ਲੜਨਗੇ ਕਿਉਂਕਿ ਇਹ ਕੋਵਿਡ ਫੈਲੂਗੀ। ਆਈ ਨੋ ਜਿਸ ਤਰ੍ਹਾਂ ਉਹ ਕੱਲ ਬਾਰਿਸ਼ ਵਿੱਚ ਬੈਠੇ ਸੀ ਉਹਦਾਂ ਬਿਮਾਰੀਆਂ ਉੱਥੇ ਤਾਂ ਕੋਈ ਧਿਆਨ ਰੱਖਣ ਵਾਲਾ ਵੀ ਨਹੀਂ ਹੋਏਗਾ। ਸੋ ਆਈ ਸੌ ਕੱਲ ਪਿਕਚਰਸ ਦੇਖੀਆਂ, ਜਿਹੜੇ ਸਾਰੇ ਲੰਗਰ ਦੇ ਪ੍ਰਬੰਧ ਸੀ ਸਭ ਟੁੱਟ ਗਏ, ਟੈਂਟ ਟੁੱਟ ਗਏ। ਸੋ ਇਟ ਵੈਰੀ ਪਹਿਲੀ ਵਾਰੀ ਨਹੀਂ ਹੋਇਆ। ਜਦ ਵੀ ਕੋਈ ਇਹੋ ਜਿਹਾ ਆਉਂਦਾ ਉਸ ਟਾਈਮ ਇਹ ਮੇਰੇ ਖਿਆਲ 'ਚ ਚੌਥੀ, ਪੰਜਵੀਂ, ਛੇਵੀਂ ਵਾਰੀ ਹੋਊਗਾ। ਜਦ ਵੀ ਮੌਸਮ ਵਿਗੜਦਾ ਉਹਨਾਂ ਦਾ ਇਹੀ ਹਾਲ ਹੁੰਦਾ। ਉਹਨਾਂ ਦੀ ਬਹੁਤ ਦਲੇਰੀ, ਉਹ ਫਿਰ ਬਣਾ ਲੈਂਦੇ, ਬਹੁਤ ਦਲੇਰੀ ਆ ਉਹਨਾਂ ਦੀ। ਪਰ ਦੇਖੋ ਸਾਡਾ ਵੀ ਫਰਜ਼ ਬਣਦਾ ਹੈ, ਨਾਗਰਿਕ ਅਸੀਂ ਕਿਸੇ ਹੋਰ ਮੁਲਕ ਦੇ ਨਹੀਂ। ਮੋਦੀ ਸਾਹਿਬ ਨੂੰ ਇਹ ਦੇਖਣਾ ਚਾਹੀਦਾ ਕਿ ਮੇਰੇ ਨਾਗਰਿਕ ਨੇ, ਔਰ ਅਸੀਂ ਮੇਰੀ ਡਿਊਟੀ ਬਣਦੀ ਹੈ ਕਿ ਇਹਨਾਂ ਦਾ ਵੀ ਗੱਲ ਸੁਣ ਕੇ ਜੋ ਨਤੀਜਾ ਅਸੀਂ ਕੱਢ ਸਕਦੇ ਹਾਂ, ਹੱਲ ਕੱਢ ਸਕਦੇ ਹਾਂ, ਕਰਨਾ ਚਾਹੀਦਾ। ਮੈਮ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਹਾਂ ਕਿ ਸੱਚ ਸਾਹਮਣੇ ਆਏਗਾ, ਨਾ ਕਿ ਅਫਵਾਹਾਂ ਸੇ। ਸਾਡਾ ਜੋ ਆਪਣਾ ਜ਼ਿੰਮੇਵਾਰੀ ਅਸੀਂ ਜ਼ਰੂਰ ਨਿਭਾਵਾਂਗੇ। ਥੈਂਕ ਯੂ ਨਿਮਰਤ। ਔਰ ਲਾਸਟ ਦੇ ਵਿੱਚ ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਸਭ ਤੋਂ ਪੰਜਾਬ 'ਚ ਵਧੀਆ ਹੌਸਪੀਟਲ ਰਜਿੰਦਰਾ ਹੌਸਪੀਟਲ, ਕੋਈ ਆ ਕੇ ਦੇਖੇ ਜਿਸ ਤਰੀਕੇ ਦਾ ਇੱਥੇ ਕੰਮ ਹੋ ਰਿਹਾ ਹੈ। ਔਰ ਜਿਹੜੀਆਂ ਗਲਤ ਹਵਾਵਾਂ, ਕਿਉਂਕਿ ਇਹ CM ਦਾ ਸ਼ਹਿਰ ਹੈ, ਇੱਥੇ ਪੋਲੀਟਿਕਸ ਮਹਾਮਾਰੀ ਦੇ ਉੱਤੇ ਨਾ ਖੇਡਣ। ਥੈਂਕ ਯੂ।